ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਅੱਜ ਦਾਸ ਆਪ ਜੀ ਨੂੰ ਬ੍ਰਹਮ ਗਿਆਨੀ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਦਾ ਜੀਵਨ ਸਰਵਣ ਕਰਾਉਣ ਲੱਗਿਆ ਹੈ। ਆਓ ਬੜੇ ਪ੍ਰੇਮ ਨਾਲ ਮਹਾਂਪੁਰਸ਼ਾਂ ਦਾ ਜੀਵਨ ਸਰਵਣ ਕਰੀਏ। ਬਾਬਾ ਜੀ ਦੇ ਪਿਤਾ ਦਾ ਨਾਮ ਸਰਦਾਰ ਸ਼ੇਰ ਸਿੰਘ ਜੀ ਅਤੇ ਮਾਤਾ ਜੀ ਦਾ ਨਾਮ ਸਤ ਭਰਾਈ ਸੀ। ਇਹਨਾਂ ਦੇ ਪਿੰਡ ਦਾ ਨਾਮ ਗਾਹ, ਤਹਿਸੀਲ ਚੱਕਵਾਲ, ਜ਼ਿਲ੍ਹਾ ਜ਼ੇਲਮ ਸੀ। ਇਹਨਾਂ ਦੇ ਪੂਰਬਲੇ ਸੰਸਕਾਰ ਬੜੇ ਚੰਗੇ ਸਨ। ਇਹਨਾਂ ਦੀ ਸ਼ੁਰੂ ਤੋਂ ਰੁਚੀ ਤਿਆਗੀਆਂ ਅਤੇ ਦੂਜਿਆਂ ਨੂੰ ਸੁੱਖ ਦੇਣ ਵਾਲੀ ਸੀ। ਇਹਨਾਂ ਦੇ ਪਿੰਡ ਵਿੱਚ ਸੰਤ ਗੋਪਾਲ ਸਿੰਘ ਜੀ ਨਿਰਮਲੇ ਸਨ। ਉਹ ਬੜੇ ਵਿਦਵਾਨ ਤੇ ਤਿਆਗੀ ਸਨ। ਉਹਨਾਂ ਦੀ ਸੰਗਤ ਨੇ ਪੱਕਾ ਰੰਗ ਚਾੜ ਦਿੱਤਾ ਅਤੇ ਇਹ ਜੈਰਾਮ ਤੋਂ ਸੰਤ ਜੈਮਲ ਸਿੰਘ ਜੀ ਬਣ ਗਏ। ਬਹੁਤੀ ਵਾਰ ਇਹ ਰਾਤ ਨੂੰ ਵੀ ਘਰ ਨਾ ਜਾਂਦੇ ਅਤੇ ਡੇਰੇ ਲਾਗਲੇ ਪੱਕੇ ਥੜੇ 'ਤੇ ਹੀ ਭਜਨ ਸਿਮਰਨ ਕਰਦੇ ਕਰਦੇ ਉੱਥੇ ਹੀ ਆਰਾਮ ਕਰ ਲੈਂਦੇ। ਇਹਨਾਂ ਦੇ ਉੱਪਰ ਬਾਬਾ ਫਰੀਦ ਜੀ ਦੇ ਇੱਕ ਸ਼ਲੋਕ ਦਾ ਬੜਾ ਅਸਰ ਸੀ। ਫਰੀਦਾ ਗੌਰ ਨਿਮਾਣੀ ਛੱਡ ਕਰੇ ਨਿਘਰਿਆਂ ਘਰ ਆਓ, ਸਰ ਪਰ ਮੈਥੈ ਆਵਣਾ ਮਰਨੋਂ ਨਾ ਡਰਿਆ ਹੋ। ਕਬਰ ਬੰਦੇ ਨੂੰ ਆਵਾਜ਼ਾਂ ਮਾਰਦੀ ਹੈ ਕਿ ਤੂੰ ਕਿਉਂ ਆਪਣਾ ਅਸਲੀ ਘਰ ਛੱਡ ਕੇ ਮਾਰਿਆ ਮਾਰਿਆ ਫਿਰਦਾ ਹੈ। ਦੁਨੀਆ ਵਿੱਚ ਤਾਂ ਤੂੰ 4 ਦਿਨ ਹੀ ਰਹਿਣਾ ਹੈ ਤੇ ਮੇਰੇ ਵਿੱਚ ਰਹਿ ਕੇ ਤੂੰ ਯੁੱਗ ਗੁਜ਼ਾਰਨੇ ਹਨ। ਇਹ ਕਿੱਡੀ ਦੁੱਖ ਵਾਲੀ ਗੱਲ ਹੈ ਕਿ ਤੈਨੂੰ ਆਪਣੇ ਹੀ ਘਰ ਤੋਂ ਡਰ ਲੱਗਦਾ ਹੈ। ਆ ਜਾ, ਕਿਉਂਕਿ ਤੈਨੂੰ ਹਰ ਹਾਲਤ ਵਿੱਚ ਮੇਰੇ ਕੋਲ ਹੀ ਆਉਣਾ ਪੈਂਦਾ ਹੈ। ਆਪ ਜੀ ਕਬਰਾਂ ਜਾਂ ਸ਼ਮਸ਼ਾਨ ਭੂਮੀ ਵਿੱਚ ਜਾਂਦੇ ਰਹਿੰਦੇ ਸਨ। ਇਸ ਤਰ੍ਹਾਂ ਵੈਰਾਗ ਤੀਬਰ ਤੇ ਦ੍ਰਿੜ ਹੁੰਦਾ ਸੀ। ਸਰੀਰ ਇਹਨਾਂ ਦਾ ਬੜਾ ਚੰਗਾ ਸੀ ਅਤੇ ਕਰੜੀ ਮਿਹਨਤ ਨਾਲ ਇਹਨਾਂ ਨੇ ਇਸ ਨੂੰ ਹੋਰ ਵੀ ਤਕੜਾ ਬਣਾ ਲਿਆ ਸੀ। ਆਪਣੇ ਪਿੰਡੋਂ ਨਿਕਲ ਕੇ ਇਹ ਪਿਸ਼ਾਵਰ ਚਲੇ ਗਏ। ਉੱਥੇ ਮਜ਼ਦੂਰੀ ਕਰਨ ਲੱਗ ਗਏ। ਇਹ ਇੱਕ ਫੇਰੇ ਦੇ 2-2 ਪੈਸੇ ਲੈਂਦੇ ਸਨ, ਭਾਵੇਂ ਕਿਤਨਾ ਭਾਰ ਹੋਵੇ ਅਤੇ ਕਿਤਨੀ ਦੂਰ ਜਾਣਾ ਪਵੇ। 1 ਪੈਸੇ ਦੀ ਇਹ ਰੋਟੀ ਸਵੇਰੇ ਖਾ ਲੈਂਦੇ ਅਤੇ 1 ਦੀ ਸ਼ਾਮ ਨੂੰ। ਬਾਕੀ ਦਿਆਂ ਪੈਸਿਆਂ ਦੀਆਂ ਰੋਟੀਆਂ ਲੈ ਕੇ ਲੋੜਵੰਦਾਂ ਵਿੱਚ ਵੰਡ ਦਿੰਦੇ। ਜਿਉਂ-ਜਿਉਂ ਲੋਕਾਂ ਨੂੰ ਇਹਨਾਂ ਦੇ ਤਿਆਗੀ ਸੁਭਾਅ ਦਾ ਪਤਾ ਲੱਗਦਾ ਗਿਆ, ਉਹ ਇਹਨਾਂ ਪਾਸੋਂ ਮਜ਼ਦੂਰੀ ਦਾ ਕੰਮ ਨਾ ਕਰਵਾਉਂਦੇ। ਇਸ ਤਰ੍ਹਾਂ ਇਹਨਾਂ ਦਾ ਗੁਣ ਵੀ ਇਹਨਾਂ ਲਈ ਔਗਣ ਹੋ ਗਿਆ। ਇਹ ਬੇਕਾਰ ਹੋ ਗਏ। ਫਿਰ ਇਹਨਾਂ ਨੇ ਤੜਵਈ ਦਾ ਕੰਮ ਸ਼ੁਰੂ ਕਰ ਦਿੱਤਾ। ਇਹਨਾਂ ਦਾ ਤੋਲ ਪੂਰਾ ਸੀ, ਇਸ ਕਰਕੇ ਇਸ ਕੰਮ ਵਿੱਚ ਬੜਾ ਵਾਧਾ ਹੋ ਗਿਆ। ਪਰ ਇਹ ਸਾਰੀ ਆਈ ਮਾਇਆ ਲੋੜਵੰਦਾਂ ਵਿੱਚ ਵੰਡ ਦਿੰਦੇ। ਇੱਕ ਵਾਰ ਇੰਸਪੈਕਟਰ ਆਇਆ ਅਤੇ ਉਸਨੇ ਇਹਨਾਂ ਨੂੰ ਪੁੱਛਿਆ, ਇਸ ਵਿੱਚ ਕਿਤਨੀ ਮਿਲਾਵਟ ਹੈ? ਇਹਨਾਂ ਨੇ ਨਿਧੜਕ ਹੋ ਕੇ ਕਹਿ ਦਿੱਤਾ ਕਿ 4 ਆਨੇ ਮਿਲਾਵਟ ਹੈ। ਉਹ ਸੁਣ ਕੇ ਹੱਸ ਪਿਆ ਅਤੇ ਇਹਨਾਂ ਦਾ ਜ਼ੀਰਾ ਪਾਸ ਕਰ ਦਿੱਤਾ, ਪਰ ਦੂਜਿਆਂ ਸਾਰਿਆਂ ਨੂੰ ਜੁਰਮਾਨਾ ਕਰ ਦਿੱਤਾ। ਇਹ ਅਖੀਰਲੀ ਚੋਟ ਸੀ। ਇਹ ਚੋਟ ਨੇ ਬਾਬਾ ਜੈਮਲ ਸਿੰਘ ਜੀ ਨੂੰ ਘਾਇਲ ਕਰ ਦਿੱਤਾ। ਇਹ ਜੋ ਆਪਣੇ ਮਨ ਨੂੰ ਕਹਿਣ ਲੱਗੇ, ਕੀ ਤੂੰ ਸੰਸਾਰ ਵਿੱਚ ਆ ਕੇ ਮਿੱਟੀ ਤੋਲਣੀ ਹੈ ਅਤੇ ਪੈਸੇ ਜ਼ੀਰੇ ਤੋਲਣ ਦੇ ਲੈਣੇ ਹਨ? ਜਿੱਥੇ ਇੰਸਪੈਕਟਰ ਮਿਲਾਵਟ ਕਰਦੇ ਹਨ, ਉਹਨਾਂ ਦਾ ਤਾਂ ਲੋਕ ਪਰਲੋਕ ਬਰਬਾਦ ਹੋਣਾ ਹੈ। ਜਿਨ੍ਹਾਂ ਨੇ ਮਿੱਟੀ ਦੇਣੀ ਹੈ ਤੇ ਜ਼ੀਰੇ ਦੇ ਪੈਸੇ ਲੈਣੇ ਹਨ, ਉਹਨਾਂ ਦੀ ਤਾਂ ਜ਼ਮੀਰ ਵੀ ਆਵਾਜ਼ ਮਰਨੀ ਹੈ। ਪਰ ਤੂੰ ਕਿਉਂ ਕੋਲਿਆਂ ਦੀ ਦਲਾਲੀ ਵਿੱਚੋਂ ਆਪਣਾ ਮੂੰਹ ਕਾਲਾ ਕਰ ਰਿਹਾ ਹੈ? ਇਹਨਾਂ ਦੇ ਕੋਲ ਉਸ ਵੇਲੇ ਇੱਕ ਭੂਰਾ ਸੀ। ਇਹਨਾਂ ਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਭੂਰੇ ਨੂੰ ਅੱਧ ਵਿੱਚੋਂ ਪਾੜ ਕੇ ਗਲਮਾ ਬਣਾ ਲਿਆ ਅਤੇ ਗਲ ਵਿੱਚ ਕਫਨੀ ਪਾ ਲਈ। ਰਾਤੀ ਜਦੋਂ ਸਿਮਰਨ ਕਰਨ ਲਈ ਬੈਠੇ ਤਾਂ ਇਹਨਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਅੰਦਰੋਂ ਆਵਾਜ਼ਾਂ ਆ ਰਹੀਆਂ ਹਨ ਅਤੇ ਫਿਰ ਇਹ ਆਵਾਜ਼ਾਂ ਬਾਹਰੋਂ ਵੀ ਆਉਣ ਲੱਗ ਪਈਆਂ। ਸ਼੍ਰੀ ਅੰਮ੍ਰਿਤਸਰ ਚੱਲੋ, ਸ਼੍ਰੀ ਅੰਮ੍ਰਿਤਸਰ ਚੱਲੋ। ਇਹ ਉੱਥੋਂ ਸਿੱਧੇ ਸ਼੍ਰੀ ਅੰਮ੍ਰਿਤਸਰ ਆ ਗਏ। ਇੱਥੇ ਆ ਕੇ ਇਹਨਾਂ ਨੇ ਵੇਖਿਆ ਕਿ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਦਿਨ ਰਾਤ
ਨਾਮਬਾਦੀ ਦਾ ਪ੍ਰਵਾਹ ਚੱਲ ਰਿਹਾ ਹੈ। ਡੇਰਿਆਂ ਵਿੱਚ ਸਾਧੂ ਪੜ੍ਹ ਰਹੇ ਹਨ। ਮੋਖ ਭੋਗ ਦੇ ਲੰਗਰ ਲੱਗੇ ਹੋਏ ਹਨ। ਇਹ ਸਭ ਕੁਝ ਵੇਖ ਕੇ ਇਹਨਾਂ ਦਾ ਮਨ ਖਿੜ ਗਿਆ। ਸਰੋਵਰ ਦੇ ਕੰਢੇ ਬੈਠ ਕੇ ਸਿਮਰਨ ਵਿੱਚ ਇਹਨਾਂ ਦੀਆਂ ਰਾਤਾਂ ਬੀਤਣ ਲੱਗ ਪਈਆਂ। ਜਦੋਂ ਇਹਨਾਂ ਨੇ ਵੇਖਿਆ ਕਿ ਸ਼੍ਰੀ ਦੁਖਭੰਜਨੀ ਬੇਰੀ ਲਾਗੇ ਸਰੋਵਰ ਵਿੱਚ ਬਹੁਤੇ ਲੋਕ ਇਸ਼ਨਾਨ ਕਰਦੇ ਹਨ, ਇਸ਼ਨਾਨ ਪਿੱਛੋਂ ਉੱਥੇ ਹੀ ਕਛਹਿਰੇ ਅਤੇ ਤੌਲੀਏ ਨਿਚੋੜ ਦਿੰਦੇ ਹਨ ਅਤੇ ਉਹ ਪਾਣੀ ਫਿਰ ਸਰੋਵਰ ਵਿੱਚ ਜਾ ਪੈਂਦਾ ਹੈ। ਆਪ ਜੀ ਨੇ 2 ਬੋਰੀਆਂ ਲੈ ਲਈਆਂ ਅਤੇ ਇੱਕ ਝਾੜੂ ਅਤੇ ਇੱਕ ਬਾਲਟੀ। ਝਾੜੂ ਨਾਲ ਪਾਣੀ ਇਕੱਠਾ ਕਰਕੇ ਬਾਲਟੀ ਵਿੱਚ ਪਾ ਲੈਂਦੇ ਅਤੇ ਫਿਰ ਬੋਰੀ ਵਾਲੇ ਟਾਟ ਨਾਲ ਅਸਥਾਨ ਨੂੰ ਖੁਸ਼ਕ ਕਰ ਲੈਂਦੇ। ਟਾਟ ਨੂੰ ਬਾਲਟੀ ਵਿੱਚ ਨਿਚੋੜ ਲੈਂਦੇ। ਇਸ ਤਰ੍ਹਾਂ ਆਪ ਸੰਗਤਾਂ ਦੇ ਇਸ਼ਨਾਨ ਕਰਨ ਤੋਂ ਪਹਿਲਾਂ ਆਪ ਤਿਆਰ ਹੋ ਜਾਂਦੇ ਅਤੇ ਫਿਰ ਜਿੰਨਾ ਚਿਰ ਸੰਗਤਾਂ ਇਸ਼ਨਾਨ ਕਰੀ ਜਾਂਦੀਆਂ ਅਤੇ ਜਿਹੜੀ ਸੇਵਾ ਹੁੰਦੀ ਨਾਲੋਂ ਨਾਲ ਕਰੀ ਜਾਂਦੇ। ਫਿਰ ਇਹਨਾਂ ਨੇ ਵੇਖਿਆ ਕਿ ਹਰ ਕੀ ਪੌੜੀ ਤੋਂ ਸਾਰੀਆਂ ਸੰਗਤਾਂ ਅੰਮ੍ਰਿਤ ਲੈਂਦੀਆਂ ਹਨ ਅਤੇ ਡੁੱਲਦੀਆਂ ਡੁੱਲਦੀਆਂ ਚੂੜੀਆਂ ਨਾਲ ਫਰਸ਼ ਗਿੱਲਾ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਫਰਸ਼ ਵੀ ਮੈਲਾ ਹੁੰਦਾ ਹੈ। ਪਾਣੀ ਫਿਰ ਹਰ ਕੀ ਪੌੜੀ ਵਿੱਚ ਜਾ ਪੈਂਦਾ ਹੈ ਅਤੇ ਗਿੱਲੇ ਫਰਸ਼ ਕਰਕੇ ਕਈ ਤਿਲਕ ਵੀ ਜਾਂਦੇ ਹਨ। ਫਿਰ ਇਹਨਾਂ ਨੇ ਹਰ ਕੀ ਪੌੜੀ ਵਿੱਚ ਲੱਗਦੇ ਫਰਸ਼ ਨੂੰ ਉਚੇਚਾ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਸਰਦਾਰ ਸੋਹਣ ਸਿੰਘ ਜੀ ਖਡੂਰ ਸਾਹਿਬ ਵਾਲੇ ਸਕੱਤਰ ਸਨ। ਉਹਨਾਂ ਨੇ ਸੰਤ ਭੂਰੀ ਵਾਲਿਆਂ ਨੂੰ ਆਪਣਾ ਸਮਾਨ ਸੰਭਾਲਣ ਲਈ ਅਤੇ ਆਰਾਮ ਕਰਨ ਲਈ ਕੋਈ ਕਮਰਾ ਲੈਣ ਲਈ ਕਹਿ ਦਿੱਤਾ। ਸੰਤ ਭੂਰੀ ਵਾਲਿਆਂ ਨੇ ਕੇਵਲ ਇੱਕ ਨਿੱਕੀ ਜਿਹੀ ਕੋਠੜੀ ਲਈ ਜਿਸ ਦਾ ਦਰਵਾਜ਼ਾ ਪਰਕਰਮਾਂ ਵਿੱਚ ਸੀ ਅਤੇ ਜਿਹੜੀ ਮੰਜੀ ਸਾਹਿਬ ਜੀ ਵਾਲੇ ਪਾਸੇ ਸ਼ਬੀਲ ਹੈ ਇਸ ਦੇ ਨੇੜੇ ਸੀ। ਜਦੋਂ ਸੰਤ ਭੂਰੀ ਵਾਲਿਆਂ ਨੇ ਵੇਖਿਆ ਕਿ ਬਹੁਤੇ ਸਾਧੂ ਸਵੇਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅੱਧੀਆਂ ਸੈਂਚੀਆਂ ਲੈ ਕੇ ਡੇਰਾ ਸੱਤੋਵਾਲਾ ਗਿਆਨੀ ਅਮੀਰ ਸਿੰਘ ਜੀ ਪਾਸ ਸੰਥਿਆ ਲੈਣ ਲਈ ਜਾ ਰਹੇ ਹਨ ਅਤੇ ਉਹਨਾਂ ਨੇ ਇਹ ਵੀ ਵੇਖਿਆ ਕਿ ਮਹੰਤ ਉੱਤਮ ਸਿੰਘ ਜੀ ਅਤੇ ਗਿਆਨੀ ਅਮੀਰ ਸਿੰਘ ਜੀ ਰੋਜ਼ਾਨਾ ਆ ਕੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰਦੇ ਹਨ ਅਤੇ ਡੰਡੌਤ ਕਰਨ ਵੇਲੇ ਲੀਨ ਹੋ ਜਾਂਦੇ ਹਨ, ਤਾਂ ਉਹ ਇੱਧਰ ਇਸ ਤਰ੍ਹਾਂ ਖਿੱਚੇ ਗਏ ਜਿਸ ਤਰ੍ਹਾਂ ਚੁੰਬਕ ਵੱਲ ਲੋਹਾ। ਗਿਆਨੀ ਅਮੀਰ ਸਿੰਘ ਜੀ ਨੇ ਜਦੋਂ ਇਹਨਾਂ ਨੂੰ ਵੇਖਿਆ ਕਿ ਇਹ ਕਿਸ ਤਰ੍ਹਾਂ ਭਰ ਸਰਦੀ ਵਿੱਚ ਜਦੋਂ ਕੋਈ ਬੁੱਕਲ ਵਿੱਚੋਂ ਹੱਥ ਬਾਹਰ ਨਹੀਂ ਕੱਢ ਸਕਦਾ ਫਰਸ਼ ਸਾਫ਼ ਕਰਦੇ ਤੇ ਪਾਣੀ ਨਾਲ ਭਰਪੂਰ ਬੋਰੀ ਦੇ ਟਾਟ ਬਾਲਟੀ ਵਿੱਚ ਪ੍ਰੇਮ ਤੇ ਸ਼ਰਧਾ ਨਾਲ ਨਿਚੋੜਦੇ ਹਨ, ਤਾਂ ਉਹਨਾਂ ਨੂੰ ਇਹ ਬਹੁਤ ਹੀ ਚੰਗੇ ਲੱਗਣ ਲੱਗ ਪਏ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਿਹੜੇ ਗੁਰੂ ਨੂੰ ਹਾਜ਼ਰ ਨਾਜ਼ਰ ਨਹੀਂ ਅਨੁਭਵ ਕਰ ਸਕਦੇ ਉਹ ਇਸ ਤਰ੍ਹਾਂ ਔਖੀ ਘਾਲਣਾ ਨਹੀਂ ਘਾਲ ਸਕਦੇ। ਸੰਤ ਭੂਰੀ ਵਾਲੇ ਬਿਨਾਂ ਨਾਗਾ ਗਿਆਨੀ ਅਮੀਰ ਸਿੰਘ ਜੀ ਦੇ ਪਾਸ ਜਾ ਕੇ ਸੰਥਿਆ ਸੁਣਨ ਲੱਗ ਪਏ। ਉਹ ਕਦੇ ਵੀ ਲੇਟ ਨਹੀਂ ਸੀ ਹੁੰਦੇ। ਸੰਗਤਾਂ ਨੇ ਉਹਨਾਂ ਨੂੰ ਇੱਕ ਵਾਰੀ ਵੀ ਕਦੇ ਕੋਈ ਪ੍ਰਸ਼ਨ ਕਰਦਿਆਂ ਨਹੀਂ ਸੁਣਿਆ। ਸੰਗਤਾਂ ਵਿੱਚੋਂ ਕਿਸੇ ਨੇ ਵੀ ਇੱਕ ਵਾਰ ਵੀ ਉਹਨਾਂ ਨੂੰ ਸੰਥਿਆ ਦੇ ਸਮੇਂ ਕਿਸੇ ਨਾਲ ਗੱਲਾਂ ਕਰਦਿਆਂ ਨਹੀਂ ਵੇਖਿਆ। ਇੱਕ ਵਾਰ ਵੀ ਅੱਖ ਭਰ ਕੇ ਕਿਸੇ ਵੱਲ ਤੱਕਦਿਆਂ ਨਹੀਂ ਦੇਖਿਆ। ਉਹ ਮੌਨੀ ਨਹੀਂ ਸਨ, ਪਰ ਉਹ ਬੋਲਦੇ ਨਹੀਂ ਸਨ। ਉਹ ਰੱਜ ਕੇ ਸੰਤੋਖੀ ਸਨ। ਉਹ ਵਾਦ ਵਿਵਾਦ ਤੋਂ ਕੋਹਾਂ ਦੂਰ ਨੱਸਦੇ ਸਨ। ਉਹਨਾਂ ਦੀ ਸ੍ਰੀ ਗੁਰੂ ਅਮਰਦਾਸ ਜੀ ਤੋਂ ਤੇ ਗਿਆਨੀ ਅਮੀਰ ਸਿੰਘ ਜੀ ਤੋਂ ਬਿਨਾਂ ਕਿਸੇ ਨਾਲ ਸੰਗਤ ਨਹੀਂ ਸੀ। ਉਹ ਕੇਵਲ ਪਰਕਰਮਾਂ ਵਿੱਚ ਤੇ ਕੇਵਲ ਪਰਕਰਮਾਂ ਵਿੱਚ ਹੀ ਰਹਿੰਦੇ ਸਨ। ਉਹ ਭੰਡਾਰਿਆਂ ਵਿੱਚ ਨਹੀਂ ਸੀ ਜਾਂਦੇ। ਉਹ ਪ੍ਰਸ਼ਾਦ ਛਕਣ ਲਈ ਲੋਕਾਂ ਦੇ ਘਰਾਂ ਵਿੱਚ ਵਾਹ ਲੱਗਦੀ ਨਹੀਂ ਸੀ ਜਾਂਦੇ। ਸ਼੍ਰੀ ਅੰਮ੍ਰਿਤਸਰ ਵਾਸੀਆਂ ਦੀਆਂ ਸੂਝ ਦੀਆਂ ਬੜੀਆਂ ਅੱਖਾਂ ਹਨ। ਭਾਰਤ ਵਿੱਚ ਜਿਤਨੇ ਵੀ ਵੱਡੇ ਵੱਡੇ ਸ਼ਹਿਰ ਹਨ ਉਹਨਾਂ ਵਿੱਚ ਹਜ਼ਾਰਾਂ ਆਦਮੀ ਰਾਤ ਨੂੰ ਭੁੱਖੇ ਸੌਂਦੇ ਹਨ, ਪਰ ਇਹ ਬਰਕਤ ਗੁਰੂ ਅਮਰਦਾਸ ਜੀ ਦੀ ਨਗਰੀ ਵਿੱਚ ਹੈ ਕਿ ਇੱਥੇ ਬੰਦੇ ਤਾਂ ਇੱਕ ਪਾਸੇ ਰਹੇ, ਕੋਈ ਕੁੱਤਾ, ਕੋਈ ਪੰਛੀ ਅਤੇ ਕੋਈ ਪਸ਼ੂ ਵੀ ਭੁੱਖਾ ਨਹੀਂ ਰਹਿੰਦਾ। ਲੋਕੀ ਦਰਸ਼ਨਾਂ ਲਈ ਜਦੋਂ ਆਉਂਦੇ ਹਨ ਉਹਨਾਂ ਦੇ ਹੱਥ ਵਿੱਚ ਕਿਸੇ ਨੂੰ ਦੇਣ ਲਈ ਕੁਝ ਮਾਇਆ ਵੀ ਹੁੰਦੀ ਹੈ, ਕਿਸੇ ਕੋਲ ਕੁਝ ਕਿਸੇ ਨੂੰ ਖਾਣ ਨੂੰ ਦੇਣ ਲਈ ਵੀ ਹੁੰਦਾ ਹੈ। ਇੱਕ ਗੁਰੂ ਰਾਮਦਾਸ ਜੀ ਦਾ ਲੰਗਰ ਹੈ ਜੋ ਸਮੇਂ ਸਿਰ ਨਗਾਰਾ ਵੱਜ ਕੇ ਖੁੱਲ੍ਹਦਾ ਹੈ ਪਰ ਸਮੇਂ ਸਿਰ ਬੰਦ ਵੀ ਹੋ ਜਾਂਦਾ ਹੈ। ਪਰ ਬਾਬੇ ਅਟਲ ਜੀ ਦਾ ਲੰਗਰ ਚੱਲਦਾ ਰਹਿੰਦਾ ਹੈ। ਇਸ ਦੀਆਂ ਦੇਗਾਂ ਚੜ੍ਹੀਆਂ ਹੀ ਰਹਿੰਦੀਆਂ ਹਨ। ਤਾਈਓ ਤਾਂ ਲੋਕ ਕਹਿੰਦੇ ਹਨ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ। ਇੱਥੇ ਬਾਬਾ ਸ਼ਾਮ ਸਿੰਘ ਜੀ
ਲੰਗਰ ਚਲਾਉਣ ਵਾਲੇ ਹਨ। ਇੱਥੇ ਬਾਬਾ ਗੁਰਮੁਖ ਸਿੰਘ ਜੀ ਅਤੇ ਬਾਬਾ ਸਾਧੂ ਸਿੰਘ ਜੀ ਵੀ ਲੰਗਰ ਚਲਾਉਂਦੇ ਹਨ। ਇੱਥੇ ਲੰਗਰ ਚਲਾਉਣ ਦੀ ਕਾਸੀ ਪਈ ਹੋਈ ਹੈ। ਇੱਥੋਂ ਦੇ ਲੋਕ ਮੰਨਦੇ ਹਨ ਕਿ ਦਾਣਾ ਪਾਣੀ ਗੁਰੂ ਕਾ ਹੈ ਤੇ ਟਹਿਲ ਪਾਣੀ ਹੀ ਸਿੱਖਾਂ ਦੀ ਹੈ। ਸੰਤ ਭੂਰੀ ਵਾਲਿਆਂ ਦੀ ਸੇਵਾ ਨੇ ਪ੍ਰੇਰਨਾ ਦਿੱਤੀ। ਇਹਨਾਂ ਦੇ ਸਾਥੀਆਂ ਵਿੱਚ ਵਾਧਾ ਹੁੰਦਾ ਗਿਆ। ਬਾਲਟੀਆਂ ਦੀ ਗਿਣਤੀ ਵੱਧਦੀ ਗਈ, ਝਾੜੂਆਂ ਦੇ ਢੇਰ ਲੱਗਦੇ ਗਏ, ਬੋਰੀਆਂ ਦੇ ਟਾਟ ਵੱਧਦੇ ਗਏ। ਪਰਿਕਰਮਾ ਦੇ ਸੰਗ ਮਰਮਰਾਂ ਦੇ ਮੂੰਹ ਧੋਤੇ ਤੇ ਪੂੰਝੇ ਜਾਣ ਲੱਗ ਪਏ। ਸੇਵਾ ਦੇ ਨਾਲ ਬਾਹਾਂ ਵਧੀਆਂ, ਬਾਹਾਂ ਦੇ ਨਾਲ ਸਮਾਨ ਵੱਧਦਾ ਗਿਆ, ਸਮਾਨ ਦੇ ਨਾਲ ਥਾਂ ਦੀ ਲੋੜ ਵੱਧਦੀ ਗਈ ਅਤੇ ਅਖੀਰ ਇਹ ਸਾਰੀਆਂ ਲੋੜਾਂ ਤਪੋਵਨ ਦੇ ਆਸ਼ਰਮ ਨੇ ਪੂਰੀਆਂ ਕੀਤੀਆਂ। ਸੰਤ ਭੂਰੀ ਵਾਲਿਆਂ ਦੀ ਅੱਖ ਨੇ ਭਾਈ ਗੁਰਦਿਆਲ ਸਿੰਘ ਜੀ ਨੂੰ ਪਛਾਣ ਲਿਆ ਅਤੇ ਭਾਈ ਗੁਰਦਿਆਲ ਸਿੰਘ ਜੀ ਦੇ ਹਿਰਦੇ ਨੇ ਸੰਤ ਭੂਰੀ ਵਾਲਿਆਂ ਨੂੰ ਪਛਾਣ ਲਿਆ ਅਤੇ ਇਹ ਦੋਵੇਂ ਨਿਰਮਲ ਅਖਾੜੇ ਦੀ ਪਰੰਪਰਾ ਅਨੁਸਾਰ ਗੁਰੂ ਚੇਲੇ ਦੀ ਅਟੁੱਟ ਗੰਢ ਨਾਲ ਬੱਝ ਗਏ। ਜੈਸਾ ਨਿੱਗਰ ਸਰੀਰ ਸੰਤ ਭੂਰੀ ਵਾਲਿਆਂ ਦਾ ਸੀ, ਉਹੋ ਜਿਹਾ ਸਰੀਰ ਭਾਈ ਗੁਰਦਿਆਲ ਸਿੰਘ ਜੀ ਦਾ ਹੈ। ਜਿਸ ਤਰ੍ਹਾਂ ਉਹਨਾਂ ਦਾ ਮਨ ਅਣਥੱਕ ਅਤੇ ਅਣਅੱਕ ਸੀ, ਉਸੇ ਤਰ੍ਹਾਂ ਇਹਨਾਂ ਦਾ ਮਨ ਵੀ ਅਣਥੱਕ ਅਤੇ ਅਣਅੱਕ ਹੈ। ਜਿਵੇਂ ਉਹਨਾਂ ਦਾ ਸੇਵਾ ਦਾ ਚਾਅ ਅਮੁੱਕ ਸੀ, ਇਹਨਾਂ ਦਾ ਵੀ ਚਾਅ ਅਮੁੱਕ ਹੈ। ਜਦੋਂ ਭਾਈ ਮੰਝ ਸਾਹਿਬ ਜੀ ਦੀ ਯਾਦਗਾਰ ਬਣ ਰਹੀ ਸੀ ਤਾਂ ਸੰਤ ਭੂਰੀ ਵਾਲੇ ਆਪ ਇੱਥੇ ਆਉਂਦੇ ਤੇ ਗਿਆਨੀ ਕਿਰਪਾਲ ਸਿੰਘ ਜੀ ਨੂੰ ਸਣੇ ਸਾਰੀ ਸੰਗਤ ਲੈ ਕੇ ਆਉਣ ਦੀ ਆਗਿਆ ਕਰਦੇ। ਗਿਆਨੀ ਕਿਰਪਾਲ ਸਿੰਘ ਜੀ ਹੁਕਮ ਨੂੰ ਸਿਰ ਮੱਥੇ ਤੇ ਮੰਨ ਕੇ ਆਪ ਖੜੇ ਹੋ ਕੇ ਸੰਗਤਾਂ ਨੂੰ ਟਰੱਕਾਂ ਵਿੱਚ ਬਿਠਾਉਂਦੇ ਅਤੇ ਉੱਥੋਂ ਆਪ ਸਣੇ ਸਾਰੀ ਸੰਗਤ ਦੇ ਸ਼ਾਮ ਦੇ 4-5 ਵਜੇ ਤੱਕ ਰੋੜੀ ਕੁੱਟਣ ਦੀ ਸੇਵਾ ਕਰਦੇ ਰਹਿੰਦੇ। ਜਿਹੜੀ ਅੱਜ ਕੱਲ੍ਹ ਮਹਾਨ ਸੇਵਾ ਬਾਬਾ ਦੀਪ ਸਿੰਘ ਜੀ ਦੀ ਚੱਲ ਰਹੀ ਹੈ, ਇਸ ਸੇਵਾ ਦਾ ਟੱਕ ਗਿਆਨੀ ਕਿਰਪਾਲ ਸਿੰਘ ਜੀ ਮਹੰਤ ਡੇਰਾ ਸਤੋਵਾਲਾ ਬਾਜ਼ਾਰ ਤੋਂ ਆਪ ਜੀ ਨੇ ਲਵਾਇਆ ਹੈ। ਸੰਤ ਭੂਰੀ ਵਾਲਿਆਂ ਨੇ ਆਪ ਆ ਕੇ ਕਿਹਾ, ਗਿਆਨੀ ਸਾਹਿਬ ਜੀ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਬਾਬਾ ਦੀਪ ਸਿੰਘ ਜੀ ਦੀ ਜੀਵਨ ਭਰ ਗੁਰੂ ਬਾਣੀ ਲਿਖਣ ਤੇ ਪ੍ਰਚਾਰਨ ਦੀ ਸੇਵਾ ਕਰਕੇ ਅਤੇ ਅੰਤ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨਤਾ ਕਾਇਮ ਰੱਖਣ ਲਈ ਸ਼ਹੀਦੀ ਪਾਉਣ ਕਰਕੇ ਸੰਗਤਾਂ ਉਹਨਾਂ ਦੇ ਹੁਕਮਾਂ ਕਰਕੇ ਕਿਤਨੀ ਭਾਰੀ ਗਿਣਤੀ ਵਿੱਚ ਜਾ ਕੇ ਪਾਠ ਕਰਦੀਆਂ ਹਨ ਅਤੇ ਦੋਹੀਂ ਹੱਥੀਂ ਮੂੰਹੋਂ ਮੰਗੀਆਂ ਬਰਕਤਾਂ ਲੈ ਕੇ ਆਉਂਦੀਆਂ ਹਨ। ਬਾਬਾ ਦੀਪ ਸਿੰਘ ਜੀ ਨੇ ਜਿਸ ਤਰ੍ਹਾਂ ਕੀਤੇ ਪ੍ਰਣ ਨੂੰ ਨਿਭਾਇਆ ਸੀ, ਉਸੇ ਤਰ੍ਹਾਂ ਸੰਗਤਾਂ ਜਿਹੜੇ ਪ੍ਰਣ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਨਾਮ ਬਾਣੀ ਪੜ੍ਹਨ ਦੇ ਕਰਕੇ ਆਉਂਦੀਆਂ ਹਨ, ਉਸ ਨੂੰ ਬਿਨਾਂ ਨਾਗੇ ਤੋਂ ਤੋੜ ਨਿਭਾਉਂਦੀਆਂ ਹਨ। ਤੁਸੀਂ ਗੁਰੂ ਬਾਣੀ ਦੀ ਸ਼੍ਰੀ ਦਸ਼ਮੇਸ਼ ਜੀ ਦੀ ਚਲਾਈ ਹੋਈ ਟਕਸਾਲੀ ਅਰਥਾਂ ਦੀ ਪਰੰਪਰਾ ਨੂੰ ਉਸੇ ਤਰ੍ਹਾਂ ਚਲਾਈ ਜਾ ਰਹੇ ਹੋ ਜਿਵੇਂ ਗਿਆਨੀ ਅਮੀਰ ਸਿੰਘ ਜੀ 60 ਸਾਲ ਸੰਥਿਆ ਦੇ ਸੰਪੂਰਨ ਭੋਗ ਪਾ ਕੇ ਚਲਾਉਂਦੇ ਰਹੇ ਸਨ। ਸੰਤ ਭੂਰੀ ਵਾਲੇ 4-4 ਵਾਰ ਇਸ਼ਨਾਨ ਕਰਦੇ ਸਨ। ਇਸ ਇਸ਼ਨਾਨ ਦਾ ਕਾਰਨ ਇਹ ਸੀ ਕਿ ਉਹ ਪੂਰੇ ਤਾਣ ਨਾਲ ਸੇਵਾ ਕਰਦੇ ਸਨ ਅਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਪਸੀਨੇ ਨਾਲ ਭਰ ਜਾਂਦੇ ਸਨ। ਸੇਵਾ ਤੋਂ ਵਿਹਲੇ ਹੋ ਕੇ ਇਸ਼ਨਾਨ ਕਰਦੇ ਸਨ ਤਾਂ ਕਿ ਜਦੋਂ ਦੂਜੀ ਵਾਰ ਸੇਵਾ ਸ਼ੁਰੂ ਕਰਨ ਤਾਂ ਇਸ਼ਨਾਨ ਕਰਕੇ ਸਵੱਛ ਹੋਏ ਹੋਣ। ਪਾਵਨਤਾ ਦਾ ਸੇਵਾ ਨਾਲ ਡੂੰਘਾ ਸਾਖ ਹੈ। ਸੰਤ ਭੂਰੀ ਵਾਲਿਆਂ ਦੀ ਸੇਵਾ ਕਰੜੇ ਤਪ ਦੀ ਘਾਲਣਾ ਵਰਗੀ ਸੀ। ਉਹ ਕਈ ਵਾਰੀ 72 ਘੰਟੇ ਸੇਵਾ ਵਿੱਚ ਲੱਗੇ ਰਹਿੰਦੇ ਸਨ। ਕਈ ਸਮੇਂ ਐਸੇ ਵੀ ਆਏ ਜਦੋਂ ਉਹਨਾਂ ਨੇ 96 ਘੰਟੇ ਸੇਵਾ ਦਾ ਪਹਿਰਾ ਦਿੱਤਾ। ਉਹਨਾਂ ਪਾਸ ਲੋਹੇ ਦਾ ਸਰੀਰ ਸੀ। ਉਹਨਾਂ ਦੀ ਖੁਰਾਕ ਬੜੀ ਜ਼ਬਰਦਸਤ ਸੀ। ਉਹ ਆਮ ਕਰਕੇ ਮੱਕੀ ਅਤੇ ਛੋਲਿਆਂ ਦੀ ਰੋਟੀ ਖਾਂਦੇ ਸਨ ਅਤੇ ਦਾਣੇ ਚੱਬਦੇ ਸਨ। ਵੇਖਣ ਨੂੰ ਇਹ ਖੁਰਾਕ ਬੜੀ ਸਾਦੀ ਜਿਹੀ ਅਤੇ ਥੋੜ੍ਹੀ ਜਿਹੀ ਲੱਗਦੀ ਹੈ, ਪਰ ਜਾਣਕਾਰ ਜਾਣਦੇ ਹਨ ਕਿ ਮੱਕੀ ਤੇ ਛੋਲਿਆਂ ਵਿੱਚ ਕਿਤਨੀ ਸ਼ਕਤੀ ਹੈ। ਗੁਰੂ ਅਮਰਦਾਸ ਜੀ ਜੋ ਬਿਰਧ ਅਵਸਥਾ ਵਿੱਚ ਵੀ 5 ਮੀਲ ਤੋਂ ਗਾਗਰ ਚੁੱਕ ਕੇ ਲਿਆਉਂਦੇ ਸਨ, ਉਹ ਵੀ ਛੋਲੇ ਤੇ ਉਗਰਾ ਖਾਂਦੇ ਸਨ। ਉਹ ਉਸ ਵੇਲੇ ਵੀ ਛੋਲੇ ਚੱਬਦੇ ਸਨ ਜਦੋਂ ਲੰਗਰ ਵਿੱਚ ਘਿਓ ਵਾਲੀਆਂ ਖੀਰਾਂ ਬਣਦੀਆਂ ਸਨ ਅਤੇ ਅਕਬਰ ਬਾਦਸ਼ਾਹ ਵਰਗੇ 22 ਪਿੰਡਾਂ ਦੀਆਂ ਜਗੀਰਾਂ ਦੇਣ ਲਈ ਆਉਂਦੇ ਸਨ। ਸੰਤ ਭੂਰੀ ਵਾਲਿਆਂ ਦੀ ਕਠਨ ਹੱਥੀ ਸੇਵਾ ਕਰਕੇ ਅਤੇ ਸਰੀਰ ਨੂੰ ਸੇਵਾ ਵਿੱਚ ਕੁੱਟ-ਕੁੱਟ ਕੇ ਹੰਡਾਉਣ ਕਰਕੇ ਸਾਰੀ ਉਮਰ ਥੜੇ ਅਤੇ ਤਖਤਪੋਸ਼ ਉੱਪਰ ਸੌਣ ਕਰਕੇ ਲੱਖ ਤੀਰ ਵਰਗਾ ਸਿੱਧਾ ਸੀ। ਸਰੀਰ ਦਾ ਭੋਗ ਕਰਕੇ ਉਹਨਾਂ ਦਾ ਗੁੱਟ ਅਤੇ ਮੋਢਾ
ਤਿਲਕ ਜਾਣ ਕਰਕੇ ਉਤਰ ਗਿਆ। ਅਖੀਰਲੀ ਸੇਵਾ ਪੰਜਾਬ ਦੇ ਪ੍ਰਸਿੱਧ ਡਾਕਟਰ ਹਰਚਰਨ ਸਿੰਘ ਨੂੰ ਮਿਲੀ ਅਤੇ ਅਖੀਰ 29 ਅਕਤੂਬਰ ਸੰਨ 1976 ਨੂੰ ਸ਼ੁੱਕਰਵਾਰ ਦੀ ਰਾਤ ਨੂੰ 7:15 ਵਜੇ ਜੋਤੀ ਜੋਤ ਸਮਾ ਗਏ। 30 ਤਰੀਕ ਨੂੰ ਉਹਨਾਂ ਦੇ ਪੰਜ ਭੂਤਕ ਸਰੀਰ ਦਾ ਤਪੋਵਨ ਵਿੱਚ ਹੀ ਸੰਸਕਾਰ ਕੀਤਾ ਤੇ 14 ਨਵੰਬਰ 1976 ਨੂੰ ਐਤਵਾਰ 12 ਵਜੇ ਉਹਨਾਂ ਦੇ ਸ਼ਿਸ਼ਯ ਸੰਤ ਗੁਰਦਿਆਲ ਸਿੰਘ ਜੀ ਨੂੰ ਭੇਖ ਦੇ ਪ੍ਰਤੀਨਿਧਾਂ ਵੱਲੋਂ ਦਸਤਾਰਬੰਦੀ ਕਰਕੇ ਸੰਤ ਭੂਰੀ ਵਾਲਿਆਂ ਦਾ ਉੱਤਰਾਧਿਕਾਰੀ ਥਾਪਿਆ ਗਿਆ। ਸੰਤ ਭੂਰੀ ਵਾਲਿਆਂ ਰਾਹੀਂ ਸੰਗਤਾਂ ਨੇ ਕੁਝ ਮਹਾਨ ਸੇਵਾਵਾਂ ਕੀਤੀਆਂ ਜੋ ਇਤਿਹਾਸ ਕਰਕੇ ਅਮਰ ਰਹਿਣਗੀਆਂ, ਜਿਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ। ਗੁਰਦੁਆਰਾ ਦਮਦਮਾ ਸਾਹਿਬ ਖਡੂਰ ਸਾਹਿਬ, ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ, ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਸਰੋਵਰ ਦੀ ਪਰਿਕਰਮਾ ਵਿੱਚ ਸੰਗਮਰਮਰ ਲਵਾਉਣ ਦੀ ਸੇਵਾ, ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸੱਜੇ ਪਾਸੇ ਦੀ ਬਾਹੀ ਦੀ ਸਾਰੀ ਸੇਵਾ ਸਣੇ ਸਾਰੇ ਬੁੰਗੇ ਖਰੀਦਣ ਦੀ ਸੇਵਾ ਦੇ ਇਸ ਉੱਪਰ ਅਣਗਿਣਤ ਮਾਇਆ ਖਰਚ ਹੋਈ। ਭਾਈ ਮੰਝ ਜੀ ਦਾ ਖੂਹ, ਡੇਰਾ ਬਾਬਾ ਨਾਨਕ ਜੀ, ਨਾਨਕਸਰ ਵੇਰਕਾ, ਗੁਰਦੁਆਰਾ ਥੜਾ ਸਾਹਿਬ, ਸ਼ਹੀਦ ਬੁੰਗਾ ਪਰਿਕਰਮਾ ਵਿੱਚ, ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਨੇੜੇ ਦਰਵਾਜ਼ਾ ਚਾਟੀਵਿੰਡ, ਤਪੋਵਨ ਜੋ ਸ਼੍ਰੀ ਤਰਨਤਾਰਨ ਦੀ ਸੜਕ ਉੱਪਰ ਹੈ ਤੇ ਜਿੱਥੇ ਵਿਰਕਤ ਮਹਾਤਮਾ ਦੀਆਂ ਸਰੀਰਕ ਲੋੜਾਂ ਲਈ ਸਾਰੇ ਪ੍ਰਬੰਧ ਹਨ ਤਾਂ ਕਿ ਉਹ ਨਿਸ਼ਚਿੰਤ ਹੋ ਕੇ ਤਪੋਵਨ ਵਿੱਚ ਕਠਨ ਤਪ ਦੀਆਂ ਅਤੇ ਸਿਮਰਨ ਦੀਆਂ ਘਾਲਾਂ ਘਾਲ ਸਕਣ। ਰਹਿਣ ਨਾ ਪਾਵਹਿ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਅਨੇਕਾਂ ਮਨੁੱਖ ਆਪਣੇ ਆਪ ਨੂੰ ਦੈਵੀ ਮਨੁੱਖ, ਦੇਵਤੇ ਅਖਵਾਉਣ ਵਾਲੇ ਕੋਈ ਵੀ ਇੱਥੇ ਸਦਾ ਲਈ ਟਿਕੇ ਨਹੀਂ ਰਹਿ ਸਕਦੇ। ਅਨੇਕਾਂ ਆਪਣੇ ਆਪ ਨੂੰ ਰਿਸ਼ੀ ਮੁਨੀ ਅਖਵਾ ਗਏ। ਅਨੇਕਾਂ ਹੀ ਉਹਨਾਂ ਦੀ ਸੇਵਾ ਕਰਕੇ ਜਗਤ ਤੋਂ ਆਖਰ ਆਪੋ ਆਪਣੀ ਵਾਰੀ ਚਲੇ ਜਾਂਦੇ ਰਹੇ। ਆਤਮਿਕ ਜੀਵਨ ਵਾਲੇ, ਸਫਲ ਜੀਵਨ ਵਾਲੇ ਸਿਰਫ ਉਹੀ ਵੇਖੇ ਜਾਂਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ। ਉਹਨਾਂ ਨੇ ਹੀ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਦਰਸ਼ਨ ਕੀਤਾ ਹੈ। ਸੋ ਇਹ ਸੀ ਮਹਾਂਪੁਰਸ਼ਾਂ ਦਾ ਪਵਿੱਤਰ ਜੀਵਨ। ਦਾਸ ਨੂੰ ਉਮੀਦ ਹੈ ਕਿ ਆਪ ਜੀ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਓਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।